ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਤੁਹਾਡੇ ਲਈ ਇਮੀਗ੍ਰੇਸ਼ਨ ਦੀਆਂ ਨਵੀਆਂ ਟਿਪਸ ਲੈ ਕੇ ਹਾਜ਼ਰ ਹਾਂ। ਅੱਜ ਮੇਰੇ ਨਾਲ ਫਿਰ ਸਟੂਡੀਓ ਵਿੱਚ ਹਾਜ਼ਰ ਨੇ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ। ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਇਮੀਗ੍ਰੇਸ਼ਨ ਦੇ ਵਿੱਚ ਕੀ ਨਵੀਆਂ ਅਪਡੇਟਸ ਨੇ। ਮਨੂ ਜੀ, ਤੁਹਾਡਾ ਸਵਾਗਤ ਹੈ ਜੀ। ਸਿਮਰਤ ਸਾਹਿਬ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਦੋਸਤਾਂ ਨੂੰ, ਭੈਣਾਂ ਭਰਾਵਾਂ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ ਐਂਡ RD ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਭਾਜੀ, ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ ਏਅਰ। ਥੈਂਕ ਯੂ ਮਨੂ ਜੀ। ਅੱਛਾ ਮਨੂ ਜੀ, ਆਪਾਂ ਸਟੂਡੈਂਟਸ ਤੋਂ ਸ਼ੁਰੂ ਕਰਦੇ ਹਾਂ ਵੀ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ, ਜਿਵੇਂ ਕਿ ਕੋਈ ਗ੍ਰੈਜੂਏਸ਼ਨ ਕਰਕੇ ਆਉਂਦਾ ਜਾਂ +2 ਕਰਕੇ ਆਉਂਦਾ ਇੱਥੇ, ਤੇ ਹਰੇਕ ਦੀ ਆਪਣੀ ਅਜ਼ੰਪਸ਼ਨ ਹੁੰਦੀ ਆ ਵੀ ਮੇਰੀ PR ਹੋ ਜਾਣੀ ਆ। ਤੇ ਮੈਂ ਤੇ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਵੀ ਲੈਟਸ ਸੇ ਵੀ ਜਿਹੜੇ +2 ਸਟੂਡੈਂਟ ਕਰਕੇ ਆਏ ਹੋਏ ਆ ਇੱਥੇ ਸਟੂਡੈਂਟ, ਤੇ ਉਹਨਾਂ ਦੇ ਲਈ ਕੀ ਆਪਸ਼ਨ ਨੇ ਹੁਣ, ਕਿਉਂਕਿ ਜਿਹੜੇ ਵਰਕ ਪਰਮਿਟ ਉਹਨਾਂ ਦੇ ਐਕਸਟੈਂਡ ਹੋ ਚੁੱਕੇ ਨੇ। ਸੋ ਵਿਦਿਨ ਅੰਟਾਰੀਓ ਜਾਂ ਆਊਟਸਾਈਡ ਅੰਟਾਰੀਓ ਕੀ ਆਪਸ਼ਨਸ ਨੇ ਜੇ ਉਹਨਾਂ ਨੇ ਆਪਣੀ PR ਕਰਨੀ ਆ? ਸਿਮਰਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਕਹਿੰਦਾ ਕਿ ਸਟੂਡੈਂਟਸ ਕੈਨੇਡਾ ਦੇ ਵਿੱਚ ਬੜਾ ਇੱਕ ਅਹਿਮ ਰੋਲ ਪਲੇ ਕਰ ਰਹੇ ਨੇ। ਬਿਲਕੁਲ ਜੀ। ਅਹਿਮ ਰੋਲ ਪਲੇ ਕਰਨ ਦੇ ਨਾਲ ਉਹ ਇਕਨੋਮਿਕਲ ਕੰਟਰੀਬਿਊਸ਼ਨਸ ਵੀ ਕਾਫੀ ਕਰ ਰਹੇ ਨੇ, ਬਿਕੋਜ਼ ਇਹ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਦੀ ਇੰਡਸਟਰੀ ਹੈਗੀ ਹੈ, ਇਹ ਬਿਲੀਅਨਸ ਆਫ ਡਾਲਰ ਦੀ ਇੰਡਸਟਰੀ ਬਣ ਚੁੱਕੀ ਹੈਗੀ ਹੈ। ਬਿਲਕੁਲ। ਦੂਸਰੀ ਗੱਲ, ਜਦੋਂ ਵੀ ਸਟੂਡੈਂਟ ਆਂਦਾ ਹੈਗਾ, ਭਾਵੇਂ ਗ੍ਰੇਡ 12 ਕਰਕੇ ਆਇਆ, ਭਾਵੇਂ ਗ੍ਰੈਜੂਏਸ਼ਨ ਕਰਕੇ ਆਇਆ, ਇੱਥੇ ਉਸ ਤੋਂ ਬਾਅਦ ਆਫ ਕੈਂਪਸ ਜੌਬ ਕਰਦੇ ਨੇ, ਇੱਥੇ ਘਰ 'ਤੇ ਰੈਂਟ 'ਤੇ ਘਰ ਲੈਂਦੇ ਨੇ, ਅਪਾਰਟਮੈਂਟਸ ਲੈਂਦੇ ਨੇ। ਸੋ ਉਹ ਬੜਾ ਇੱਕ ਅਹਿਮ ਕੰਟਰੀਬਿਊਟਰ ਬਣ ਜਾਂਦੇ ਨੇ ਕੈਨੇਡੀਅਨ ਇਕੋਨਮੀ ਦੇ ਵਿੱਚ, ਤੇ ਕੈਨੇਡੀਅਨ ਗਵਰਨਮੈਂਟ ਨਹੀਂ ਚਾਹੁੰਦੀ ਕਿ ਉਹ ਵਾਪਸ ਜਾਵੇ ਵਿਦਆਊਟ ਪਰਮਾਨੈਂਟ ਰੈਜ਼ੀਡੈਂਸੀ। ਸੋ ਇਸੇ ਵਾਸਤੇ ਸਟੂਡੈਂਟਸ ਦੇ ਉੱਤੇ ਫੋਕਸ ਬਣਿਆ ਹੋਇਆ ਹੈ। ਗਵਰਨਮੈਂਟ ਚਾਹੁੰਦੀ ਹੈ ਕਿ ਸਟੂਡੈਂਟਸ ਪਰਮਾਨੈਂਟ ਰੈਜ਼ੀਡੈਂਸੀ ਲੈਣ। ਇਸੇ ਦੇ ਤਹਿਤ 2022 ਦੇ ਵਿੱਚ, 2023 ਦੇ ਵਿੱਚ ਜਿੰਨਾ ਵੀ ਸਟੂਡੈਂਟਸ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਸੀਗੇ ਜਾਂ ਹੋ ਚੁੱਕੇ ਸੀਗੇ, ਉਹ ਸਾਰਿਆਂ ਨੂੰ 18 ਮਹੀਨਿਆਂ ਦੀ ਐਕਸਟੈਂਸ਼ਨ ਦੇ ਦਿੱਤੀਆਂ ਗਈਆਂ। ਹੁਣ ਜਿਹੜੇ ਇੱਕ ਚੀਜ਼ ਹੋ ਰਹੀ ਹੈ, ਇੱਕ ਆਪਟ-ਇਨ ਦੀ ਆਪਸ਼ਨ ਜਿਹੜੀ ਅੱਜ ਕੱਲ੍ਹ ਵੈਬਸਾਈਟ 'ਤੇ ਚੱਲ ਰਹੀ ਹੈਗੀ, ਜਦੋਂ ਆਪਟ-ਇਨ ਕਰਦੇ ਨੇ, ਸਪੋਜ਼ ਅੱਜ ਇੰਟਰਨੈਸ਼ਨਲ ਸਟੂਡੈਂਟ ਉਹਦੇ 'ਚ ਆਪਟ-ਇਨ ਕਰਦਾ ਹੈ, ਉਹਦਾ ਵਰਕ ਪਰਮਿਟ ਐਕਸਪਾਇਰ ਹੋਣਾ ਨਵੰਬਰ ਦੇ ਵਿੱਚ। ਸੋ ਉਹਨੂੰ ਅੱਜ ਤੋਂ ਹੀ 18 ਮਹੀਨੇ ਦੀ ਐਕਸਟੈਂਸ਼ਨ ਮਿਲ ਰਹੀ, ਨਾ ਕਿ ਨਵੰਬਰ ਤੋਂ। ਠੀਕ ਹੈ। ਸੋ ਅੱਜ ਤੋਂ ਹੀ ਮਿਲ ਰਹੀ ਹੈ। ਸੋ ਬੱਚਿਆਂ ਨੂੰ ਇੱਕੋ ਚੀਜ਼ ਕਿ ਭਾਈ ਜਦੋਂ ਵੀ ਤੁਸੀਂ ਆਪਟ-ਇਨ ਕਰਦੇ ਹੋ, ਮੇਕ ਸ਼ੋਰ ਕਿ ਤੁਸੀਂ ਯੂ ਅੰਡਰਸਟੈਂਡ ਦਿਸ ਕਿ ਕਿਸ ਤਰ੍ਹਾਂ ਹੋ ਰਿਹਾ। ਐਂਡ ਬਹੁਤ ਸਾਰੇ ਸਟੂਡੈਂਟਸ ਇਹੋ ਜਿਹੇ ਵੀ ਹੈਗੇ ਨੇ ਜਿਨ੍ਹਾਂ ਨੂੰ ਆਪਟ-ਇਨ ਦੀ ਆਪਸ਼ਨ ਨਹੀਂ ਮਿਲ ਰਹੀ। ਸੋ ਉਹਨਾਂ ਵਾਸਤੇ ਇੱਕ ਡਿਫਰੈਂਟ ਰੂਲ, ਡਿਫਰੈਂਟ ਪ੍ਰੋਸੈਸ ਹੈਗਾ ਆ। ਸੋ ਉਹਦੇ ਵਾਸਤੇ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਲੈ ਲਿਆ ਜੇ ਤਾਂ ਕਿ ਚੰਗੇ ਰਹੋ। ਹੁਣ ਪਰਮਾਨੈਂਟ ਰੈਜ਼ੀਡੈਂਸੀ ਦੀ ਗੱਲ ਆ ਗਈ। ਜਿੰਨੇ ਵੀ ਬੱਚੇ ਹੈਗੇ ਨੇ, ਉਹਨਾਂ ਦੇ ਪੇਰੈਂਟਸ ਨੇ ਬੜੀ ਮਿਹਨਤਾਂ ਕਰਕੇ ਉੱਥੇ ਬੜੇ ਔਖੇ ਹੋ ਕੇ ਸਰਫਿਆਂ ਕਰਕੇ ਇੱਥੇ ਪੜ੍ਹਨ ਵਾਸਤੇ ਭੇਜਿਆ। ਹੁਣ ਬੱਚਿਆਂ ਨੇ ਵੀ ਮਿਹਨਤਾਂ ਕੀਤੀਆਂ ਹੈਗੀਆਂ, ਬਟ ਬੱਚੇ ਕਈ ਵਾਰੀ ਕੰਪਲਾਸੈਂਟ ਹੋ ਜਾਂਦੇ ਨੇ, ਕਿਉਂਕਿ ਓਨਟਾਰੀਓ ਦੇ ਵਿੱਚ ਬੈਠੇ ਹਾਂ ਜੀ, GTA ਦੇ ਵਿੱਚ, ਬਰੈਂਪਟਨ ਦੇ ਵਿੱਚ ਬੈਠੇ, ਸਾਡੇ ਸਾਰੇ ਰਿਸ਼ਤੇਦਾਰ ਇੱਥੇ ਆ, ਮੈਂ ਇੱਥੇ ਹੀ ਰਹਿਣਾ ਹੈਗਾ, ਬਾਹਰ ਨਹੀਂ ਸੋਚਦੇ ਕਿ ਮੈਂ ਕਿੱਥੇ ਜਾਣਾ। ਬਟ ਮੈਂ ਹਮੇਸ਼ਾ ਕਹਿੰਦਾ ਉਹਨਾਂ ਦੀ ਪਹਿਲੀ ਪ੍ਰਾਇੋਰਟੀ ਹੋਣੀ ਪਰਮਾਨੈਂਟ ਰੈਜ਼ੀਡੈਂਸੀ। ਪਰਮਾਨੈਂਟ ਰੈਜ਼ੀਡੈਂਸੀ ਕਿੱਥੇ ਹੋ ਰਹੀ ਹੈ? ਜੇ ਓਨਟਾਰੀਓ ਦੇ ਵਿੱਚ ਹੋ ਰਹੀ ਹੈ, ਬਰੈਂਪਟਨ ਦੇ ਵਿੱਚ ਹੋ ਰਹੀ ਹੈ, ਬਿਲਕੁਲ ਐਬਸੋਲੂਟਲੀ ਇੱਥੇ ਰਹੋ। ਬਟ ਉਹ ਤੁਸੀਂ ਆਪਣੇ ਆਪ ਨੂੰ ਇਵੈਲੂਏਟ ਕਰ ਲਓ। ਜਿਹੜਾ ਤਾਂ ਬੱਚਾ ਗ੍ਰੈਜੂਏਸ਼ਨ ਕਰਕੇ ਆਇਆ, 3 ਸਾਲ ਦਾ ਐਕਸਪੀਰੀਅੰਸ ਲੈ ਕੇ ਆਇਆ, ਉਹ ਤੇ ਇੱਥੇ PR ਹੋ ਜਾਏਗਾ ਆਰਾਮ ਦੇ ਨਾਲ। ਇੱਥੇ ਪੜ੍ਹਾਈ ਕੀਤੀ, ਇੱਥੇ ਜੌਬ ਕੀਤੀ, PR ਹੋ ਜਾਏਗਾ। ਜਿਹੜਾ ਬੱਚਾ ਗ੍ਰੇਡ 12 ਕਰਕੇ ਆਇਆ, ਇੱਥੇ ਉਹਨਾਂ ਨੂੰ ਜੌਬ ਕਿਸ ਤਰ੍ਹਾਂ ਦੀ ਮਿਲ ਰਹੀ ਹੈ, ਆਈਲੈਟ ਦਾ ਸਕੋਰ ਕਿਸ ਤਰ੍ਹਾਂ ਦਾ ਹੈਗਾ ਆ, ਉਹ ਕਿੱਥੇ ਲੈਂਡ ਕਰ ਰਹੇ ਨੇ। ਸੋ ਜਿਹੜਾ ਬੱਚਾ ਗ੍ਰੇਡ 12 ਕਰਕੇ ਆਇਆ ਹੋਇਆ, ਉਹ ਜੇ 6 ਬੈਂਡ ਲੈ ਗਿਆ ਜਾਂ ਇਵਨ 6.5 ਬੈਂਡ ਲੈ ਗਿਆ, ਚਾਹੇ ਉਹਦਾ ਸਕੋਰ 400 ਤੋਂ ਥੱਲੇ ਹੈਗਾ। ਅੱਜ ਦੀ ਤਰੀਕ ਸਕੋਰ ਕੀ ਚੱਲ ਰਿਹਾ? 486। ਸੋ ਉਹ ਕੁਆਲੀਫਾਈ ਕਿਸ ਤਰ੍ਹਾਂ ਹੋਏਗਾ? ਸੋ ਬੱਚਿਆਂ ਦੀ ਪਹਿਲੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ, ਨਾ ਕਿ ਜੌਬ। ਮੈਨੂੰ $35 ਦੀ ਜੌਬ ਮਿਲ ਗਈ ਜੀ, ਮੈਨੂੰ $50 ਦੀ ਜੌਬ ਮਿਲ ਗਈ, ਐਬਸੋਲੂਟਲੀ ਜੌਬ ਇਜ਼ ਗ੍ਰੇਟ, ਬਟ ਇੰਪਲੋਇਰ ਨੇ ਤਾਂ ਤੱਕ ਹੀ ਤੁਹਾਨੂੰ ਆਪਣੇ ਪੇਰੋਲ ਤੇ ਰੱਖਣਾ ਹੈ ਜਦ ਤੱਕ ਤੁਹਾਡੇ ਕੋਲ ਸਟੇਟਸ ਹੈਗਾ। ਜਦੋਂ ਤੁਹਾਡਾ ਸਟੇਟਸ, ਈਵਨ ਅੱਛੀ ਕੰਪਨੀਜ਼ ਵੀ ਹੈਗੀਆਂ, ਦੇ ਵਿਲ ਲੈਟ ਯੂ ਗੋ। ਜੇ ਕਿਉਂਕਿ ਕੋਈ ਵੀ ਵੱਡੇ ਇੰਪਲੋਇਰ ਜਿਹੜੇ ਹੈਗੇ ਨੇ ਸਿਮਰਤ ਜੀ, ਉਹ LMI ਹੈ, PNPs ਦੇ ਚੱਕਰ ਦੇ ਵਿੱਚ ਨਹੀਂ ਪੈਂਦੇ। ਸੋ ਜੇ ਤੁਹਾਡਾ ਇੰਪਲੋਇਰ ਤੁਹਾਨੂੰ ਹੈਲਪ ਕਰ ਰਿਹਾ, ਗ੍ਰੇਟ, ਨਹੀਂ ਤਾਂ ਮੂਵ ਆਊਟ ਆਫ ਓਨਟਾਰੀਓ। ਜੇ ਓਨਟਾਰੀਓ ਦੇ ਵਿੱਚ ਵੀ ਰਹਿਣਾ, ਦੇਖੋ ਕਿ ਕਿਹੜਾ ਸਿਟੀ ਤੁਹਾਡੇ ਵਾਸਤੇ ਹੈਲਪਫੁਲ ਹੈਗਾ, ਕਿਹੜਾ ਮਿਊਨਿਸਪੈਲਿਟੀ ਤੁਹਾਡੇ ਵਾਸਤੇ ਹੈਲਪਫੁਲ ਹੈਗਾ। ਓਨਟਾਰੀਓ ਦੇ ਵਿੱਚ ਵੀ RNIP ਪ੍ਰੋਗਰਾਮ ਚੱਲ ਰਿਹਾ, ਰੂਰਲ ਐਂਡ ਨਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਜੈਕਟ, ਜਿਹਦੇ ਵਿੱਚ 5 ਸ਼ਹਿਰ ਹੈਗੇ ਨੇ ਕੈਨੇਡਾ ਦੇ, ਓਨਟਾਰੀਓ ਦੇ। ਥੰਡਰ ਬੇ ਹੋ ਗਿਆ, ਟਿਮਿਨਸ ਹੋ ਗਿਆ, ਨਾਰਥ ਬੇ ਹੋ ਗਿਆ, ਸੂਸੇ ਮਰੀ ਹੋ ਗਿਆ, ਟਿਮਿਨਸ ਹੋ ਗਿਆ। ਇਹ 5 ਸਿਟੀਜ਼ ਹੈਗੀਆਂ ਜਿਹੜੀਆਂ ਹੈਲਪ ਕਰ ਰਹੀਆਂ ਹੈਗੀਆਂ। ਪਿਛਲੇ ਸਾਲ RNIP ਦੇ ਵਿੱਚ ਸਿਮਰਤ ਜੀ 1100 ਐਪਲੀਕੈਂਟਸ ਨੇ ਪਰਮਾਨੈਂਟ ਰੈਜ਼ੀਡੈਂਸੀ ਲਿੱਤੀ। ਠੀਕ ਹੈ। 1600 ਐਪਲੀਕੈਂਟਸ ਨੇ। ਇਸ ਸਾਲ ਪਹਿਲੇ ਮਹੀਨੇ ਦੇ ਵਿੱਚ, ਜਨਵਰੀ ਦੇ ਵਿੱਚ 510 ਲੋਕਾਂ ਨੇ
ਇਮੀਗ੍ਰੇਸ਼ਨ ਲਿੱਤੀ ਹੈਗੀ RNIP ਦੇ ਥਰੂ 2023 ਦਾ ਜਿਹੜਾ ਕੋਟਾ ਹੈ 6000 ਐਪਲੀਕੇਸ਼ਨਸ ਦਾ ਕੋਟਾ ਹੈ। ਸੋ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ PR ਕਿਸ ਤਰ੍ਹਾਂ ਹੋ ਰਿਹਾ। ਸੋ ਜੇ ਤੁਹਾਡੇ ਕੋਲ PR ਦੀ ਆਪਸ਼ਨਸ ਹੈਗੀਆਂ ਗ੍ਰੇਟ, ਨਹੀਂ ਤਾਂ ਮੂਵ ਆਊਟ। ਐਂਡ ਕਦੀ ਵੀ ਜਦੋਂ ਓਨਟਾਰੀਓ ਪੜ੍ਹਾਈ ਕਰ ਲਈ ਜਾਂ BC ਪੜ੍ਹਾਈ ਕਰ ਲਈ ਜਾਂ ਅਲਬਰਟਾ ਪੜ੍ਹਾਈ ਕਰੀ, ਨੈਵਰ ਗੋ ਟੂ ਮੈਨੀਟੋਬਾ, ਬਿਕੋਜ਼ ਉੱਥੇ ਜਾਂਦੇ ਹੀ ਤੁਹਾਡੇ -200 ਪੁਆਇੰਟਸ ਹੋ ਜਾਂਦੇ ਨੇ, ਨਹੀਂ ਤਾਂ ਤੁਸੀਂ ਵੀ ਉੱਥੇ ਜਾ ਕੇ ਧਰਨੇ ਦਿਓਗੇ। ਸੋ ਮੂਵ ਟੂ ਅ ਪ੍ਰੋਵਿੰਸ ਜਿਹੜਾ ਤੁਹਾਨੂੰ ਹੈਲਪਫੁਲ ਹੈਗਾ ਤੁਹਾਡੇ ਵਾਸਤੇ। ਸੋ ਉਹਦੇ ਵਾਸਤੇ ਸੈਸਕੈਚੁਆਨ ਇਜ਼ ਐਨ ਅਮੇਜ਼ਿੰਗ ਪ੍ਰੋਵਿੰਸ, ਨੋਵਾ ਸਕੋਸ਼ੀਆ, ਨਿਊ ਬ੍ਰਾਂਸਵਿਕ, ਨਿਊ ਫਾਊਂਡਲੈਂਡ, ਪ੍ਰਿੰਸ ਐਡਵਰਡ ਆਈਲੈਂਡ, ਥੀਸ ਆਰ ਅਮੇਜ਼ਿੰਗ ਪ੍ਰੋਵਿੰਸਸ। ਇੱਥੇ ਜਾ ਕੇ ਪਰਮਾਨੈਂਟ ਰੈਜ਼ੀਡੈਂਸੀ ਲਓ, ਬਾਅਦ ਚ ਜਿਹੜੇ ਮਰਜ਼ੀ ਰਿਸ਼ਤੇਦਾਰ ਦੇ ਕੋਲ ਆ ਕੇ ਜਿੱਥੇ ਮਰਜ਼ੀ ਰਹੋ। ਬਿਲਕੁਲ। ਅੱਛਾ, ਆਪਾਂ ਸਟੂਡੈਂਟਸ ਦੀ ਗੱਲ ਕਰ ਰਹੇ ਹਾਂ। ਹੁਣ ਦੋ ਤਰ੍ਹਾਂ ਦੇ ਸਟੂਡੈਂਟਸ ਆਉਂਦੇ ਨੇ, ਇੱਕ ਤਾਂ ਜਿਹੜੇ +2 ਕਰਕੇ ਆਉਂਦੇ ਨੇ ਜਾਂ ਫਿਰ ਜਿਹੜੇ ਗ੍ਰੈਜੂਏਸ਼ਨ ਕਰਕੇ ਆਉਂਦੇ ਨੇ। ਸੋ ਉਹਨਾਂ ਦੇ ਲਈ ਜਿਹੜੇ ਗ੍ਰੈਜੂਏਟ ਕਰਕੇ ਆਉਂਦੇ ਨੇ, ਗ੍ਰੈਜੂਏਸ਼ਨ ਕਰਕੇ ਆਉਂਦੇ ਉਹ ਸਟੂਡੈਂਟ, ਉਹਨਾਂ ਦੇ ਲਈ ਕੀ ਆਪਸ਼ਨਸ ਨੇ ਅੱਗੇ ਆਪਣੀ PR? ਸਿਮਰਤ ਜੀ, ਜਿਹੜਾ ਬੱਚਾ ਗ੍ਰੈਜੂਏਸ਼ਨ ਕਰਕੇ ਆਇਆ, ਆਈਲੈਟ ਦਾ 7 ਬੈਂਡਸ ਲੈ ਗਿਆ ਜਾਂ 6.5 ਬੈਂਡਸ ਲੈ ਗਿਆ, ਉਹ 435 440 ਸਕੋਰ ਤੇ ਪਹੁੰਚ ਗਿਆ। ਹੁਣ 435 440 ਸਕੋਰ ਤੇ 486 ਸਕੋਰ ਦਾ 40-50 ਪੁਆਇੰਟ ਦਾ ਫਰਕ ਹੈ। ਜੇ ਤੇ EMPLOYER ਨੂੰ ਹੈਲਪਫੁਲ ਮਿਲ ਜਾਂਦਾ ਗ੍ਰੇਟ, ਨਹੀਂ ਤਾਂ ਦੇ ਸ਼ੁੱਡ ਬੀ ਲੁਕਿੰਗ ਫॉर ਦੋਜ਼ EMPLOYER ਜਿਹੜਾ ਉਹਨਾਂ ਨੂੰ ਹੈਲਪਫੁਲ ਰਹਿਣਗੇ LMIA ਕਰਾਉਣ ਦੇ ਵਿੱਚ, ਨਹੀਂ ਤਾਂ ਮੂਵ ਆਊਟ। ਐਂਡ ਖਾਸ ਕਰ ਜਿਹੜੇ ਗ੍ਰੇਡ 12 ਕਰਕੇ ਆਏ ਨੇ, ਉਹਨਾਂ ਕੋਲ ਦੂਸਰੀ ਆਪਸ਼ਨ ਨਹੀਂ ਹੈਗੀ, ਦੇ ਸ਼ੁੱਡ ਬੀ ਮੂਵਿੰਗ ਆਊਟ। ਅੱਜ ਦੀ ਤਰੀਕ ਦੇ ਵਿੱਚ ਨਵੀਂ ਚੀਜ਼ ਚੱਲ ਰਹੀ ਹੈ ਸਮਝ ਜੀ, ਕਿ ਮੇਰਾ EMPLOYER ਮੈਨੂੰ ਮਕੈਨਿਕ ਦੀ ਲੈਟਰ ਦੇ ਦੇਗਾ, ਬਿਕੋਜ਼ ਮਕੈਨਿਕ ਦੀ ਲੈਟਰ ਤਾਂ ਮਿਲ ਗਈ, ਟ੍ਰੇਡ ਦੇ ਵਿੱਚ ਵੀ ਤੁਸੀਂ ਆ ਕੇ ਤੁਹਾਡਾ ਘੱਟ ਸਕੋਰ ਦੇ ਨਾਲ ਕੁਆਲੀਫਾਈ ਕਰ ਜਾਓਗੇ, ਬਟ ਤੁਹਾਡੇ ਕੋਲ ਰੈੱਡ ਸੀਲ ਹੈਗਾ ਆ ਕੁਆਲੀਫਾਈ ਹੋਣ ਵਾਸਤੇ। ਉਹਦੇ ਵਾਸਤੇ ਕਿਹੜੀ ਆਪਸ਼ਨਸ ਤੁਸੀਂ ਕਰ ਰਹੇ ਹੋ, ਕਿੰਨੇ ਸਾਲ ਦਾ ਤਜਰਬਾ ਤੁਸੀਂ ਸ਼ੋਅ ਕਰ ਰਹੇ ਹੋ, ਬਿਕੋਜ਼ ਰੈੱਡ ਸੀਲ ਲੈਣ ਵਾਸਤੇ ਜਾਂ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਲੈਣ ਵਾਸਤੇ ਤੁਹਾਨੂੰ ਕੁਝ ਐਕਸਪੀਰੀਅੰਸ ਦਿਖਾਉਣਾ ਪੈਂਦਾ ਹੈ। ਸੋ ਉਹ ਕੱਲ ਨੂੰ ਨਾ ਸੋਚਿਆ ਜੇ ਅੱਜ 1 ਸਾਲ ਕੰਮ ਕਰਨ ਤੋਂ ਬਾਅਦ ਕਿ ਮੈਂ ਇਸ ਕੱਲ ਨੂੰ ਕੀ ਕਰਨਾ ਹੈਗਾ। ਅੱਜ ਤੁਹਾਨੂੰ ਸੋਚਣਾ ਚਾਹੀਦਾ ਮੇਰੀ ਇਸ ਆਪਸ਼ਨ ਦੇ ਥਰੂ ਪਰਮਾਨੈਂਟ ਰੈਜ਼ੀਡੈਂਸੀ ਹੋ ਰਹੀ ਹੈ। ਸਿਮਰਤ ਜੀ, ਸਾਡੇ ਕੋਲ ਕਾਫੀ ਸਾਰੀਆਂ ਜੌਬ ਓਪਨਿੰਗਸ ਮੌਜੂਦ ਹੈਗੀਆਂ ਉਹਨਾਂ ਬੱਚਿਆਂ ਵਾਸਤੇ ਜਿਹੜੇ ਗ੍ਰੇਡ 12 ਕਰਕੇ ਆਏ ਨੇ ਐਂਡ ਓਨਟਾਰੀਓ ਤੋਂ ਜਾਂ BC ਤੋਂ ਮੂਵ ਕਰਨ ਵਾਸਤੇ ਤਿਆਰ ਹੈਗੇ ਨੇ ਐਂਡ ਲੁਕਿੰਗ ਫॉर PNP ਆਪਸ਼ਨਸ। ਸੋ ਸਾਡੇ ਕੋਲ EMPLOYERS ਹੈਗੇ ਨੇ ਜਿਹੜੇ PNP ਕੁਆਲੀਫਾਈਡ ਹੈਗੇ ਨੇ, ਰਾਈਟ ਅਵੇ ਤੁਸੀਂ ਜੁਆਇਨ ਕਰ ਸਕਦੇ ਹੋ, ਉੱਥੇ ਜਾ ਕੇ ਕੰਮ ਕਰੋਗੇ। ਵੇਅਰ ਹਾਊਸਿੰਗ ਦੀ ਜੌਬਸ ਹੈਗੀਆਂ, ਨਰਸਿੰਗ ਦੀਆਂ ਜੌਬਸ ਹੈਗੀਆਂ, ਹਸਪਿਟੈਲਿਟੀ ਦੀਆਂ ਜੌਬਸ ਹੈਗੀਆਂ, ਸੁਪਰਵਾਈਜ਼ਰ ਦੀ ਪੋਜੀਸ਼ਨਸ ਹੈ, ਮੈਨੇਜੀਰੀਅਲ ਪੋਜੀਸ਼ਨਸ ਹੈ, ਟਰੱਕ ਡਰਾਈਵਿੰਗ ਦੀ ਪੋਜੀਸ਼ਨਸ ਹੈ। ਸੋ ਸਾਰੇ EMPLOYERS ਕੁਆਲੀਫਾਈਡ ਹੈਗੇ ਨੇ PNP ਦੇ ਵਿੱਚ, ਸੋ ਉੱਥੇ ਹੈਲਪਫੁਲ ਹੋ ਸਕਦੇ ਨੇ। ਸਿਮਰਤ ਜੀ, ਅੱਜ ਇੱਕ ਚੀਜ਼ ਜ਼ਰੂਰ ਕਹੂੰਗਾ, ਜਿਹੜੀਆਂ ਬੱਚੇ ਸਾਡੇ GNM ਕਰਕੇ ਆਏ ਹੋਏ ਨੇ, BSc ਨਰਸਿੰਗ ਕਰਕੇ ਆਏ ਹੋਏ ਨੇ, ਇੱਥੇ ਪੜ੍ਹਾਈ ਕਰ ਲਈ, ਓਪਨ ਵਰਕ ਪਰਮਿਟ ਵੀ ਲੈ ਲਿਆ, ਬਟ ਉਹਨਾਂ ਦੇ ਪੁਆਇੰਟਸ ਜਿਹੜੇ ਹੈਗੇ ਨੇ 400 410 420 425 ਹੈਗੇ ਨੇ। ਸੋ ਉਹਨਾਂ ਵਾਸਤੇ ਸਾਡੇ ਕੋਲ ਰਾਈਟ ਅਵੇ ਓਪਨਿੰਗਸ ਹੈਗੀਆਂ ਓਨਟਾਰੀਓ ਦੇ ਵਿੱਚ ਵੀ, ਓਨਟਾਰੀਓ ਤੋਂ ਬਾਹਰ ਵੀ, ਐਂਡ PNP ਕੁਆਲੀਫਾਈਡ EMPLOYERS ਉੱਥੇ ਜਾ ਕੇ ਤੁਸੀਂ ਕੰਮ ਕਰ ਸਕਦੇ ਹੋ। ਰਾਈਟ ਅਵੇ ਤੁਸੀਂ ਸ਼ੁਰੂ ਕਰ ਸਕਦੇ ਹੋ ਨੈਕਸਟ ਵੀਕ, ਲਾਈਕ ਅੱਜ ਅਸੀਂ ਗੱਲ ਕਰ ਰਹੇ ਥਰਸਡੇ ਨੂੰ, ਸੋ ਮੰਡੇ ਤੋਂ ਪਹਿਲਾਂ ਉਹਨਾਂ ਦੀ ਇੰਟਰਵਿਊ ਹੋ ਜਾਏਗੀ ਐਂਡ ਦੇ ਕੈਨ ਜੁਆਇਨ ਦ ਜੌਬ ਨੈਕਸਟ ਵੀਕ। ਇਸ ਤਰ੍ਹਾਂ ਦੀਆਂ ਪੋਜੀਸ਼ਨਸ ਅਵੇਲੇਬਲ ਹੈ। ਇਸੇ ਤਰ੍ਹਾਂ ਬਹੁਤ ਸਾਰੇ ਸਾਡੇ ਇੱਥੇ ਬੱਚੇ ਹੈਗੇ ਨੇ ਜਿਹੜੇ ਟਿਮ ਹਾਰਟਨਸ ਦੇ ਵਿੱਚ ਸੁਪਰਵਾਈਜ਼ਰ ਹੈਗੇ ਨੇ, ਮੈਨੇਜਰ ਹੈਗੇ ਨੇ। ਹੁਣ ਇੱਥੇ ਗ੍ਰੇਡ 12 ਕਰਕੇ PR ਨਹੀਂ ਹੋ ਰਹੀ, ਠੀਕ ਹੈ, ਉੱਥੇ ਨਿਊ ਬ੍ਰਾਂਸਵਿਕ ਦੇ ਵਿੱਚ ਜਾਓਗੇ, 6 ਮੰਥਸ ਕੰਮ ਕਰਨ ਤੋਂ ਬਾਅਦ ਤੁਹਾਡੀ PNP ਲੱਗ ਸਕਦੀ ਹੈਗੀ ਹੈ ਸੁਪਰਵਾਈਜ਼ਰ ਪੋਜੀਸ਼ਨ ਤੇ, ਉਸੇ ਰੋਲ ਦੇ ਉੱਤੇ। ਐਂਡ ਆ ਚੀਜ਼ਾਂ ਹੈਗੀਆਂ। ਉਸ ਤੋਂ ਬਾਅਦ ਵੇਅਰ ਹਾਊਸਿੰਗਸ ਦੀਆਂ ਪੋਜੀਸ਼ਨਸ ਹੈਗੀਆਂ ਸਾਡੇ ਕੋਲ, ਕਲੀਨਰਸ ਦੀਆਂ ਪੋਜੀਸ਼ਨਸ ਹੈ ਐਂਡ EMPLOYERS ਕੁਆਲੀਫਾਈਡ ਹੈਗੇ ਨੇ। ਇਹਦੇ ਨਾਲ ਨਾਲ ਸਿਮਰਤ ਜੀ, ਟਰੱਕ ਡਰਾਈਵਰਸ ਦੀਆਂ ਓਪਨਿੰਗਸ ਹੈਗੀਆਂ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਜਾਂ ਓਪਨ ਵਰਕ ਪਰਮਿਟ ਦੇ ਉੱਤੇ ਹੈਗੇ ਨੇ, ਜਿਨ੍ਹਾਂ ਦੇ ਕੋਲ AZ ਲਾਇਸੈਂਸ ਆ, US ਦਾ ਵੀਜ਼ਾ ਹੈਗਾ ਆ, ਐਕਸਪੀਰੀਅੰਸ ਹੈਗਾ, ਗ੍ਰੇਟ। ਆਪਣੀ ਤਿੰਨਾਂ ਚੀਜ਼ਾਂ ਫਾਰਵਰਡ ਕਰ ਦਿਓ, ਇੰਟਰਵਿਊ ਹੋਏਗੀ, ਤੁਸੀਂ ਉੱਥੇ ਜੁਆਇਨ ਕਰ ਸਕਦੇ ਹੋ। ਸੋ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਸਾਡੇ ਕੋਲ ਬੇਇੰਤਹਾ ਓਪਰਚੁਨਿਟੀਜ਼ ਹੈਗੀਆਂ। ਓਨਲੀ ਥਿੰਗ ਇਜ਼ ਬੱਚੇ ਦਾ ਮਾਈਂਡਸੈਟ ਹੋਣਾ ਚਾਹੀਦਾ ਕਿ ਮੈਂ ਮੂਵ ਕਰਨ ਵਾਸਤੇ ਤਿਆਰ ਹਾਂ ਐਂਡ ਆਪਣੀ PR ਵਾਸਤੇ ਮੈਂ ਆਈ ਵਿਲ ਡੂ ਦਿਸ ਫॉर ਯੂ। ਠੀਕ ਹੈ, ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਗੁਰੂ। ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ। ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਸਟੂਡੈਂਟਸ ਦੇ ਲਈ ਬਹੁਤ ਸਾਰੀਆਂ ਇਹਨਾਂ ਕੋਲ ਜੌਬ ਆਪਸ਼ਨਸ ਨੇ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ। ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਰਿਕੁਆਇਰਮੈਂਟ ਹੈ, ਤੁਸੀਂ ਜ਼ਰੂਰ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅੱਛਾ ਮਨੂ ਜੀ, ਜਿਵੇਂ ਹੁਣ ਤੁਸੀਂ ਕੈਟਾਗਰੀਜ਼ ਦੀ ਗੱਲ ਕੀਤੀ ਹੈ, ਨਰਸਿਸ ਹੋ ਗਈਆਂ, ਟਰੱਕ ਡਰਾਈਵਰ ਹੋ ਗਏ, ਵੈਲਡਰ ਹੋ ਗਏ, ਅੱਛਾ ਇਹਨਾਂ ਦੇ ਜਿਹੜੀ ਰਿਕੁਆਇਰਮੈਂਟਸ ਹੈ ਇਹ ਵੀ ਵੱਖੋ ਵੱਖਰੀਆਂ ਜਾਂ ਸਾਰਿਆਂ ਦੇ ਤਕਰੀਬਨ ਸੇਮ ਹੀ ਰਿਕੁਆਇਰਮੈਂਟਸ ਨੇ? ਸਿਮਰਨ ਜੀ, ਥੋੜ੍ਹੀਆਂ ਰਿਕੁਆਇਰਮੈਂਟਸ ਵੱਖਰੀਆਂ ਹੈਗੀਆਂ, ਬਿਕੋਜ਼ ਜਿਹੜਾ ਨਰਸਿੰਗ ਬੈਕਗਰਾਊਂਡ ਤੋਂ ਹੈਗੇ, ਜਾਂ ਤਾਂ ANM ਜਾਂ GNM ਜਾਂ BSc ਨਰਸਿੰਗ ਕੀਤੀ ਹੋਵੇ, PNPs ਦੇ ਵਿੱਚ ਕੁਆਲੀਫਾਈ ਕਰ ਜਾਣਗੇ। ਜੇ ਐਟਲਾਂਟਿਕ 'ਚ ਜਾਣਗੇ ਤਾਂ ਗ੍ਰੇਡ 12 ਤੋਂ ਬਾਅਦ ਉਹਨਾਂ ਦੀ ਆਪਸ਼ਨਸ ਐਗਜ਼ਿਸਟ ਕਰ ਰਹੀਆਂ। ਜੇ ਓਨਟਾਰੀਓ ਦੇ ਵਿੱਚ ਲੈਣਗੇ ਤਾਂ BSc ਨਰਸਿੰਗ ਚਾਹੀਦੀ ਹੈਗੀ ਉਹਨਾਂ ਕੋਲ, ਤੇ ਜਾਂ GNM ਦੀ ਅਸੈਸਮੈਂਟ ਚਾਹੀਦੀ। ਹੁਣ ਸਰ ਸਿਮਰਤ ਜੀ, ਬਹੁਤ ਸਾਰੇ ਸਾਡੇ ਭੈਣ ਭਾਈ ਇਹੋ ਜਿਹੇ ਹੈਗੇ ਨੇ ਜਿਹੜੇ
ਕੇਅਰ ਗਿਵਰ ਦੀ ਐਪਲੀਕੇਸ਼ਨ ਲਗਾ ਕੇ ਬੈਠੇ ਨੇ, ਰਾਈਟ। 2019 2020 21 22 23 ਦੇ ਵਿੱਚ ਵੀ ਐਪਲੀਕੇਸ਼ਨ ਲੱਗ ਗਈਆਂ, ਹਲੇ 19 ਤੇ 20 ਦੀਆਂ ਪ੍ਰੋਸੈਸ ਹੋ ਰਹੀਆਂ, 23 ਵਾਲੀਆਂ ਤੇ ਹਲੇ ਪ੍ਰੋਸੈਸ ਤੇ ਨਹੀਂ ਆਈਆਂ, ਰਾਈਟ। ਪਹਿਲੀ ਗੱਲ ਤਾਂ ਹੁਣ ਵੇਟ ਕਰਦੇ ਪਏ ਨੇ ਕਿ ਅਸੀਂ ਕੇਅਰ ਗਿਵਰ ਤੇ ਕੁਆਲੀਫਾਈ ਕਰ ਜਾਣਾ, ਬਟ ਜੇ ਤੁਹਾਨੂੰ ਜੌਬ ਆਫਰ ਮਿਲਦੀ ਪਈ ਹੈ ਤੇ ਇਟ ਇਜ਼ ਅ ਬੈਟਰ ਐਡਵਾਂਟੇਜ, ਬਿਕੋਜ਼ ਤੁਸੀਂ ਰਾਈਟ ਅਵੇ AIP ਦੇ ਉੱਤੇ ਜਾਂ ਵਰਕ ਪਰਮਿਟ LMI ਦੇ ਉੱਤੇ ਰਾਈਟ ਅਵੇ ਆ ਕੇ ਕੰਮ ਕਰ ਸਕਦੇ ਹੋ, ਔਰ ਤੁਸੀਂ ਤੁਹਾਡੀ PNP ਦੀ ਐਪਲੀਕੇਸ਼ਨ ਪ੍ਰੋਸੈਸ ਹੋ ਸਕਦੀ ਹੈਗੀ ਹੈ। ਸੋ ਤੁਹਾਨੂੰ ਥੋੜਾ ਜਿਹਾ ਆਊਟਸਾਈਡ ਦਾ ਬਾਕਸ ਜਾ ਕੇ ਸੋਚਣਾ ਪੈਣਾ। ਐਂਡ ਬਹੁਤ ਸਾਰੇ ਦੋਸਤ ਸਾਡੇ ਇਹੋ ਜਿਹੇ ਹੈਗੇ ਨੇ ਜਿਹੜੇ ਵਾਈਫ ਉਹਨਾਂ ਦੀ ਸਟੂਡੈਂਟ ਹੈਗੇ ਨੇ ਤੇ ਆਪ ਓਪਨ ਵਰਕ ਪਰਮਿਟ ਹੈਗਾ ਆ, ਜੇ ਆਪ ਉਹ ਓਪਰਚੁਨਿਟੀ ਲੈਂਦੇ ਨੇ ਤੇ ਜਦ ਤੱਕ ਉਹਨਾਂ ਦੀ ਵਾਈਫ ਦੀ ਪੜ੍ਹਾਈ ਕੰਪਲੀਟ ਹੋਣੀ ਹੈ, ਸਪਾਊਸ ਦੀ ਪੜ੍ਹਾਈ ਕੰਪਲੀਟ ਹੋਣੀ, ਤਾਂ ਤੱਕ ਉਹਨਾਂ ਦੀ PNP ਥਰੂ ਹੋ ਜਾਣੀ ਹੈਗੀ ਹੈ। ਸੋ ਵੇਟ ਕਿਉਂ ਕਰਨਾ ਹੈਗਾ ਕਿ ਵਾਈਫ ਮੇਰੀ ਕੁਆਲੀਫਾਈ ਹੋਏਗੀ ਤੇ ਉਹ ਜੌਬ ਕਰੇਗੀ ਤੇ ਫਿਰ ਮੈਂ PR ਲੈਣੀ ਹੈ। ਸੋ ਥੋੜਾ ਜਿਹਾ ਆਊਟ ਆਫ ਦਾ ਬਾਕਸ ਸੋਚਣਾ ਸ਼ੁਰੂ ਕਰੋ, ਦੇਖੋ ਕਿਹੜੀ ਓਪਰਚੁਨਿਟੀ ਹੈ। ਐਂਡ ਨਰਸਿਸ ਖਾਸ ਕਰ ਜਿਹੜੀਆਂ ਇੰਡੀਆ 'ਚ ਬੈਠੇ ਹੋਏ ਨੇ, ਜੇ ਤੁਸੀਂ ਮਿਡਲ ਈਸਟ ਦਾ ਐਕਸਪੀਰੀਅੰਸ ਹੈਗਾ, ਇੰਡੀਆ ਦਾ ਐਕਸਪੀਰੀਅੰਸ ਹੈਗਾ, BSc ਨਰਸਿੰਗ ਕੀਤੀ ਹੋਈ ਹੈ, IELTS ਦੇ ਵਿੱਚ 5.5 ਬੈਂਡਸ ਵੀ ਹੈਗੇ ਨੇ, ਤਾਂ ਵੀ ਤੁਹਾਡੇ ਵਾਸਤੇ ਓਪਰਚੁਨਿਟੀ ਹੈਗੀ ਹੈ। ਨਾਲ ਦੀ ਨਾਲ ਸਿਮਰਤ ਜੀ ਸਾਡੇ ਕੋਲ ਟਰੱਕ ਡਰਾਈਵਰਸ ਦੀ ਓਪਨਿੰਗ ਹੈ, ਜਿਨ੍ਹਾਂ ਦੇ ਕੋਲ ਮਿਡਲ ਈਸਟ ਦਾ ਐਕਸਪੀਰੀਅੰਸ ਹੈਗਾ, ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੈਗਾ, ਆਪਣੇ CV ਸਾਨੂੰ ਫਾਰਵਰਡ ਕਰ ਦਿਓ। ਵੈਲਡਿੰਗ, ਤੁਸੀਂ ਵੈਲਡਰ ਦਾ ਐਕਸਪੀਰੀਅੰਸ ਹੈਗਾ, ਹੈਵੀ ਵੈਲਡਿੰਗ ਦੇ ਵਿੱਚ ਹੈਗੇ ਹੋ, ਮਾਈਨਸ ਦੇ ਵਿੱਚ ਕੰਮ ਕੀਤਾ, ਸ਼ਿਪ ਯਾਰਡਸ ਦੇ ਵਿੱਚ ਕੰਮ ਕੀਤਾ, ਆਇਲ ਐਂਡ ਗੈਸ ਦੇ ਵਿੱਚ ਕੰਮ ਕੀਤਾ ਹੋਇਆ, ਤੇ ਤੁਹਾਡੇ ਵਾਸਤੇ ਓਪਰਚੁਨਿਟੀ ਸਾਡੇ ਕੋਲ ਹੈਗੀ ਹੈ। ਮਸ਼ੀਨਿਸਟ ਦੇ ਤੌਰ ਤੇ BSc ਡਿਪਲੋਮਾ ਕਰਕੇ 10ਵੀਂ ਤੋਂ ਬਾਅਦ ਮਕੈਨੀਕਲ ਦਾ ਡਿਪਲੋਮਾ ਕੀਤਾ ਹੈ, ਮਸ਼ੀਨਿਸਟ ਦਾ ਟੂਲ ਐਂਡ ਡਾਈ ਮੇਕਿੰਗ ਦਾ ਐਕਸਪੀਰੀਅੰਸ ਹੈ, ਤੁਹਾਡੇ ਵਾਸਤੇ ਓਪਰਚੁਨਿਟੀ ਹੈਗੀ ਹੈ। ਹੈਵੀ ਇਕੁਇਪਮੈਂਟਸ ਦਾ ਡੀਜ਼ਲ ਮਕੈਨਿਕ ਦਾ ਐਕਸਪੀਰੀਅੰਸ ਹੈ, ਤੁਹਾਡੇ ਵਾਸਤੇ ਓਪਰਚੁਨਿਟੀ ਹੈਗੀ ਹੈ। ਤੁਸੀਂ ਇੰਡੀਆ ਤੋਂ ਜਾਂ ਮਿਡਲ ਈਸਟ ਤੋਂ ਸਟ੍ਰੇਟ PNP ਅਪਰੂਵਡ ਜੌਬਸ ਦੇ ਉੱਤੇ ਆ ਸਕਦੇ ਹੋ, ਐਂਡ ਵਰਕ ਪਰਮਿਟ ਤੇ ਇੱਥੇ ਜੁਆਇਨ ਕਰ ਜਾਓਗੇ, ਐਂਡ PNP ਦੀ ਐਪਲੀਕੇਸ਼ਨ ਤੁਹਾਡੀ ਕੁਝ ਮਹੀਨਿਆਂ ਦੇ ਵਿੱਚ ਪ੍ਰੋਸੈਸਿੰਗ ਦੇ ਵਿੱਚ ਜਾ ਸਕਦੀ ਹੈਗੀ। ਸੋ ਓਪਰਚੁਨਿਟੀ ਬਹੁਤ ਸਾਰੀਆਂ ਹੈਗੀਆਂ, ਓਨਲੀ ਥਿੰਗ ਇਜ਼ you have to meet the right person for the right। ਜੇ ਤੁਸੀਂ ਭੇਜੋਗੇ ਆਪਣੀ CVs, ਤੁਹਾਡੇ ਅਸੀਂ within days ਇੰਟਰਵਿਊ ਕਰਵਾ ਦੇਵਾਂਗੇ। ਬਿਲਕੁਲ। ਅੱਛਾ ਮਨੂ ਜੀ, ਜਾਣ ਤੋਂ ਪਹਿਲਾਂ ਆਪਣਾ ਕੰਟੈਕਟ ਇਨਫੋਰਮੇਸ਼ਨ ਜ਼ਰੂਰ ਸਾਂਝੀ ਕਰੋ ਕਿ ਕਿਸੇ ਨੇ ਵੀ ਜਿਹੜੀ ਤੁਹਾਡੀ ਜਿੰਨੀਆਂ ਵੀ ਤੁਸੀਂ ਓਪਰਚੁਨਿਟੀਜ਼ ਦੱਸੀਆਂ, ਜੇ ਕਿਸੇ ਨੇ ਅਵੇਲ ਕਰਨੀ ਹੈ ਜਾਂ ਤੁਹਾਡੇ ਨਾਲ ਸੰਪਰਕ ਕਰਨਾ, ਤਾਂ ਜ਼ਰੂਰ ਆਪਣਾ ਕੰਟੈਕਟ ਨੰਬਰ। ਸਿਮਰਨ ਜੀ, ਸਾਡਾ ਹੈੱਡ ਆਫਿਸ ਮਿਸਿਸਾਗਾ ਦੇ ਵਿੱਚ ਹੈਗਾ, ਸਾਡਾ ਇੰਡੀਆ ਦੇ ਵਿੱਚ ਕੋਈ ਆਫਿਸ ਨਹੀਂ ਹੈਗਾ। ਇੰਡੀਆ ਦੇ ਵਿੱਚ ਬਹੁਤ ਸਾਰੇ ਲੋਕੀ ਸਾਡੇ ਨੰਬਰਸ ਘੁਮਾ ਰਹੇ ਨੇ, ਤੇ ਇੰਡੀਆ ਦੇ ਵਿੱਚ ਕੋਈ ਆਫਿਸ ਨਹੀਂ, ਸਾਡਾ ਕੈਨੇਡਾ ਬੇਸਡ ਅਸੀਂ ਆਫਿਸ ਹੈਗੇ ਸਾਡੇ। ਐਂਡ ਸਾਡਾ ਈਮੇਲ ID ਹੈਗਾ info@iccimmigration.ca, info@iccimmigration.ca। ਫੋਨ ਨੰਬਰ ਹੈਗਾ 905 461 2424 905 461 2424, ਐਂਡ WhatsApp ਨੰਬਰ ਹੈਗਾ 647 850 9000 647 850 9000। ਮਨੂ ਜੀ, ਅੱਜ ਸਟੂਡੀਓ ਵਿੱਚ ਆਉਣ ਲਈ ਤੇ ਸਾਰੀ ਇਮੀਗ੍ਰੇਸ਼ਨ ਸੰਬੰਧੀ ਨਵੀਆਂ ਅਪਡੇਟਸ ਦਰਸ਼ਕਾਂ ਦੇ ਨਾਲ ਸਾਂਝੇ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਿਮਰਨ ਜੀ। ਤੁਸੀਂ ਦੇਖ ਰਹੇ ਸੀ ਇਮੀਗ੍ਰੇਸ਼ਨ ਗੁਰੂ। ਅਗਲੇ ਹਫਤੇ ਫਿਰ ਤੁਹਾਡੇ ਲਈ ਨਵੀਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।